ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਮਨ ਬਾਠ ਤੇ ਤੁਸੀਂ ਦੇਖ ਰਹੇ ਹੋ ਫ੍ਰੀਵੇ ਅਬਰੋਡ ਦਾ YouTube ਚੈਨਲ। ਇਹ ਵੀਡੀਓ ਬਣਾ ਰਹੇ ਜੀ ਅਪਡੇਟ ਦੇਣ ਲਈ ਕਿ ਅੱਜ ਕੱਲ੍ਹ ਐਕਸਪ੍ਰੈਸ ਐਂਟਰੀ ਦਾ ਕੀ ਚੱਲ ਰਿਹਾ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਆਲਰੇਡੀ ਅਪਲਾਈ ਕੀਤਾ ਹੋਇਆ ਹੈ ਜਾਂ ਤੁਸੀਂ ਪਲਾਨ ਕਰ ਰਹੇ ਹੋ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੇ ਅੰਡਰ ਜਾਂ ਕਿਸੇ ਵੀ ਹੋਰ ਐਕਸਪ੍ਰੈਸ ਐਂਟਰੀ ਦੇ ਪ੍ਰੋਗਰਾਮ ਅੰਡਰ ਕੈਨੇਡਾ ਦੀ PR ਅਪਲਾਈ ਕਰਨ ਲਈ, ਤਾਂ ਫਿਲਹਾਲ ਕੀ ਸਿਚੁਏਸ਼ਨ ਚੱਲ ਰਹੀ ਹੈ ਤੇ ਇਹਦੀ ਇੰਪਲੀਕੇਸ਼ਨ ਤੁਹਾਡੀ ਐਪਲੀਕੇਸ਼ਨ 'ਤੇ ਕੀ ਹੋ ਸਕਦੀ ਹੈ। ਸੋ ਤੁਸੀਂ ਦੇਖਿਆ ਹੋਊਗਾ ਕਿ ਰੀਸੈਂਟਲੀ ਬੜੇ ਡਰਾਜ਼ ਆਏ ਹੈ, ਚਾਹੇ ਤੁਹਾਡਾ ਸਕੋਰ ਉਹਦੇ ਬਰਾਬਰ ਆ ਵੀ ਰਿਹਾ ਡਰਾਅ ਦੇ ਸਕੋਰ ਦੇ ਬਰਾਬਰ, ਪਰ ਤੁਹਾਨੂੰ ਇਨਵੀਟੇਸ਼ਨ ਨਹੀਂ ਆ ਰਹੀ। ਤਾਂ ਜੇ ਤੁਸੀਂ ਦੁਬਾਰਾ ਦੇਖਿਆ ਹੋਊਗਾ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਇਨਵੀਟੇਸ਼ਨਸ ਗਈਆਂ ਹੋਈਆਂ। ਸੋ ਜਿਹੜੇ ਵੀ ਐਪਲੀਕੈਂਟ ਸੀਗੇ ਜਿਨ੍ਹਾਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਅਪਲਾਈ ਕੀਤਾ ਸੀਗਾ, ਸਿਰਫ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਗਿਆ ਅਤੇ ਉਹੀ ਆਪਣੀ PR ਐਪਲੀਕੇਸ਼ਨ ਲਾ ਰਹੇ ਹੈ। ਸੋ ਇਹਦਾ ਦੇਖਿਆ ਜਾਏ ਤਾਂ ਹੁਣ ਮੋਟਾ ਅਸਰ ਜਾਂ ਇਹਦਾ ਮੋਟਾ ਰੀਜ਼ਨ ਇਹ ਹੋ ਸਕਦਾ ਕਿ ਕੈਨੇਡੀਅਨ ਗੌਰਮੈਂਟ ਫਿਲਹਾਲ ਕਿਉਂਕਿ ਸਾਰੇ ਪਾਸੇ ਬਾਰਡਰਸ ਬੰਦ ਨੇ, ਚਾਹੇ ਉਹ ਇੰਡੀਆ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਪਾਕਿਸਤਾਨ ਹੈ, ਜਾਂ ਜਿਹੜਾ ਵੀ ਕੋਈ ਵੀ ਕੰਟਰੀ ਹੈ, ਉਹ ਕੰਟਰੀਜ਼ ਦੇ ਵਿੱਚ ਜਿਹੜਾ ਉਹਨਾਂ ਦਾ ਬਾਰਡਰ ਹੈ ਉਹ ਬੰਦ ਕੀਤਾ ਹੋਇਆ ਅਤੇ ਦੇ ਡੂ ਨਾਟ ਵਾਂਟ ਪੀਪਲ ਟੂ ਟਰੈਵਲ ਫਰੋਮ ਵਨ ਕੰਟਰੀ ਟੂ ਦ ਅਦਰ ਕੰਟਰੀ, ਰਾਈਟ। ਸੋ ਇਹ ਨਹੀਂ ਚਾਹੁੰਦੇ ਕਿ ਉਹ ਕੈਨੇਡਾ ਦੇ ਵਿੱਚ ਹੋਰ ਲੋਕ ਆਉਣ ਜਾਂ ਬਾਹਰੋਂ ਆ ਰਹੇ ਹੈ। ਜਾਂ ਹਾਲਾਂਕਿ ਦੇਖਿਆ ਜਾਏ ਇਸ ਪਾਸੇ ਦੇਖਿਆ ਜੇ ਤੁਸੀਂ ਐਕਸਪੀਰੀਅੰਸ ਅੱਜ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਲਿੱਤਾ ਹੈ ਤਾਂ ਤੁਹਾਨੂੰ 60 ਦਿਨ ਦੇ ਰਹੇ ਜੀ ਅਪਲਾਈ ਕਰਨ ਲਈ। ਉਸ ਤੋਂ ਬਾਅਦ ਮੋਟਾ ਜੋ ਕਹਿ ਰਹੇ ਹੈ ਉਹ ਕਹਿੰਦੇ ਵੀ ਇਟ ਟੇਕਸ ਯੂ ਅਰਾਊਂਡ 6 months ਫਰੋਮ ਦ ਡੇ ਯੂ ਗੈਟ ਯੂਰ ਇਨਵੀਟੇਸ਼ਨ ਟੂ ਅਪਲਾਈ ਟੂ ਗੈਟ ਯੂਰ ਪਰਮਾਨੈਂਟ ਰੈਜ਼ੀਡੈਂਸੀ। ਸੋ ਉਹ 6 ਮਹੀਨੇ ਅਤੇ 2 ਮਹੀਨੇ ਤਾਂ ਤਕਰੀਬਨ 8 ਮਹੀਨੇ ਦਾ ਪ੍ਰੋਸੈਸ ਹੈ ਅੱਜ ਤੋਂ, ਜੇ ਅੱਜ ਤੋਂ ਇਨਵੀਟੇਸ਼ਨ ਟੂ ਅਪਲਾਈ ਆਇਆ। ਸੋ ਜੇ ਅੱਜ ਇਨਵੀਟੇਸ਼ਨ ਟੂ ਅਪਲਾਈ ਆਇਆ ਤਾਂ ਤੁਹਾਨੂੰ 8 ਮਹੀਨੇ ਆਉਣਗੇ, ਉਦੋਂ ਸਿਚੁਏਸ਼ਨ ਕੀ ਹੋਊਗੀ ਉਹ ਅੱਡ ਹੋਊਗੀ। ਬਟ ਫਿਲਹਾਲ ਜੋ ਕੈਨੇਡੀਅਨ ਗੌਰਮੈਂਟ ਚਾਹੁੰਦੀ ਹੈ ਕਿ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਹੈ, ਕਿਉਂਕਿ ਜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਤੁਸੀਂ ਲਾਇਆ ਤਾਂ ਜ਼ਿਆਦਾਤਰ ਚਾਂਸਿਸ ਇਹ ਹੋਣਗੇ ਕਿ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਹੋ ਅਤੇ ਤੁਸੀਂ ਜੌਬ ਕਰ ਰਹੇ ਹੋ, ਜਾਂ ਓਬਵੀਅਸਲੀ ਗੱਲ ਹੈ ਕਿ ਤੁਹਾਨੂੰ ਮਿਨੀਮਮ ਰਿਕੁਆਇਰਮੈਂਟ ਕੀ ਹੈ, ਤੁਹਾਡੇ ਕੋਲ ਐਟਲੀਸਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ, ਸਕਿਲਡ ਐਕਸਪੀਰੀਅੰਸ, ਉਹ A ਜਾਂ B ਕੈਟਾਗਰੀ ਦੇ ਵਿੱਚ, ਅਤੇ ਤੁਸੀਂ ਤਾਂ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਾ ਸਕਦੇ ਹੋ। ਮੈਂ ਇਹਦੇ ਵਿੱਚ ਫੇਰ ਕਲੀਅਰ ਕਰਨਾ ਚਾਹੁੰਦਾ, ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਉਰੇ ਦੀ ਪੜ੍ਹਾਈ ਹੋਣਾ ਜਾਂ ਉਰੇ ਦੀ ਕੁਆਲੀਫਿਕੇਸ਼ਨ ਹੋਣਾ ਇਜ਼ ਨਾਟ ਮੈਂਡੇਟੋਰੀ। ਉਹ ਜ਼ਰੂਰੀ ਨਹੀਂ ਹੈ, ਕੰਪਲਸਰੀ ਨਹੀਂ ਹੈ ਕਿ ਤੁਹਾਡੇ ਕੋਲ ਕੈਨੇਡਾ ਦੀ ਪੜ੍ਹਾਈ ਹੋਊਗੀ ਤਾਂ ਹੀ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਲਾ ਸਕਦੇ ਹੋ। ਤੁਹਾਡੇ ਕੋਲ ਸਕਿਲਡ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਤਾਂ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਲਾ ਸਕਦੇ ਹੋ। ਫੋਰ ਐਗਜ਼ਾਮਪਲ ਕੋਈ ਬੰਦਾ ਉਰੇ ਵਰਕ ਪਰਮਿਟ 'ਤੇ ਆਇਆ ਸੀਗਾ, ਉਹਨੇ 1 ਸਾਲ ਜੌਬ ਕੀਤੀ ਜਾਂ 2 ਸਾਲ ਜੌਬ ਕੀਤੀ, ਫॉर दैट मैटर ਵਾਪਸ ਚਲਾ ਗਿਆ ਜਾਂ ਹਾਲੇ ਵੀ ਉਰੇ ਹੈ ਤਾਂ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਅਪਲਾਈ ਕਰ ਸਕਦਾ, ਪ੍ਰੋਵਾਈਡਡ ਮਿਨੀਮਮ ਰਿਕੁਆਇਰਮੈਂਟਸ ਉਹਦੀ ਮੀਟ ਕਰ ਰਹੀਆਂ। ਸੋ ਇਹਦਾ ਹੁਣ 2 ਚੀਜ਼ਾਂ ਹੋ ਸਕਦੀਆਂ। ਕੱਲ੍ਹ ਨੂੰ ਜਦੋਂ ਸਿਚੁਏਸ਼ਨ ਥੋੜ੍ਹੀ ਬੈਟਰ ਹੋਊਗੀ, ਕਰੋਨਾ ਵਾਇਰਸ ਜਾਂ COVID-19 ਦਾ ਕੋਈ ਵੈਕਸੀਨ ਮਿਲ ਜੂਗੀ ਜਾਂ ਉਹਦਾ ਕੋਈ ਦਵਾਈ ਮਿਲ ਜੂਗੀ ਜਾਂ ਉਹਦਾ ਕੋਈ ਇਲਾਜ ਮਿਲ ਜੂਗਾ, ਉਸ ਤੋਂ ਬਾਅਦ ਕੀ ਹੋਊਗਾ। ਹੁਣ ਇਹਦੇ 2 ਸਕੂਲ ਆਫ ਥਾਟਸ ਨਿਕਲ ਕੇ ਆਉਂਦੇ ਆ। ਪਹਿਲੀ ਚੀਜ਼ ਇਹ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੀ ਇਸ ਟਾਈਮ ਬਹੁਤ ਵੱਡੇ ਲੈਵਲ 'ਤੇ ਲੇ ਆਫ ਹੋਈ ਹੈ, ਬਹੁਤ ਲੋਕ ਆਪਣੀ ਜੌਬਸ ਤੋਂ ਹੱਥ ਧੋ ਬੈਠੇ ਹੈ ਜਿਨ੍ਹਾਂ ਕੋਲ ਜੌਬਸ ਨਹੀਂ ਹੈ। ਹਾਲਾਂਕਿ ਕੈਨੇਡੀਅਨ ਗੌਰਮੈਂਟ ਦੀ ਸਿਫਤ ਮੰਨੀ ਜਾਂਦੀ ਹੈ ਕਿ ਉਹ ਹਲੇ ਵੀ ਪੈਸੇ ਦੇ ਰਿਹਾ ਉਹਨਾਂ ਨੂੰ, ਜਿਨ੍ਹਾਂ ਕੋਲ ਵੀ ਲੋਕ ਆਈ ਗੈਸ ਆਮ ਨਾਟ 100% ਸ਼ੋਰ, ਜਿਨ੍ਹਾਂ ਨੇ ਵੀ ਪਿਛਲੇ ਸਾਲ $5000 ਕਮਾਏ ਸੀਗੇ, ਉਹ ਇਸ ਸਾਲ $2000 ਪਰ ਮੰਥ ਅਪਲਾਈ ਕਰਨ ਦੇ ਐਲੀਜੀਬਲ ਹੈਗੇ ਆ। ਅਤੇ ਹੁਣ ਉਹ ਚਾਹੁੰਦੇ ਕਿ ਜਿਹੜੇ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ, ਜਿਹੜੇ ਕੈਨੇਡੀਅਨ ਇਨ ਦ ਸੈਂਸ ਕਿ ਜਿਨ੍ਹਾਂ ਕੋਲ ਉਰੇ ਦੀ ਸਿਟੀਜ਼ਨਸ਼ਿਪ ਹੈ ਜਾਂ ਜਿਹੜੇ ਉਰੇ PR ਨੇ, ਉਹਨਾਂ ਨੂੰ ਪਹਿਲਾਂ ਓਬਵੀਅਸਲੀ ਗੱਲ ਹੈ ਕਿ ਉਹਨਾਂ ਦੀ ਜੌਬ ਉਹਨਾਂ ਨੂੰ ਲਾਈ ਜਾਏ ਤਾਂ ਜੋ ਉਹ ਐਟਲੀਸਟ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟੇਬਲ ਕਰ ਸਕਣ, ਤਾਂ ਜੋ ਗੌਰਮੈਂਟ ਨੂੰ ਓਬਵੀਅਸਲੀ ਗੱਲ ਹੈ ਕਿ ਹੋਰ ਪੈਸੇ ਨਾ ਦੇਣੇ ਪੈਣ। ਅਤੇ ਜੇ ਉਹ ਸਿਚੁਏਸ਼ਨ ਨੂੰ ਆਪਾਂ ਉਸ ਹਿਸਾਬ ਨਾਲ ਦੇਖਿਆ ਜਾਏ ਤਾਂ ਉਹਦਾ ਇੰਪਲੀਕੇਸ਼ਨ ਇਹ ਹੋ ਸਕਦੀ ਹੈ ਕਿ ਅੱਗੇ ਜਿਹੜੀ PR ਪ੍ਰੋਸੈਸ ਦੇ ਵਿੱਚ ਜਾਂ ਜਿਹਦੇ ਵਿੱਚੋਂ ਹੋਰ ਬਾਹਰੋਂ ਲੋਕ ਕੈਨੇਡਾ ਦੇ ਵਿੱਚ ਆਉਣ, ਜਿਹੜਾ ਇਨਫਲਕਸ ਹੈ ਹੋਰ ਲੋਕਾਂ ਦਾ, ਇਮੀਗ੍ਰੈਂਟਸ ਦਾ, ਉਹ ਸ਼ਾਇਦ ਘੱਟ ਜੇ। ਬਟ ਹੁਣ ਦੂਜੇ ਪਾਸੇ ਇਹਦਾ ਦੇਖਿਆ ਜਾਏ ਤਾਂ ਦੂਜਾ ਸਕੂਲ ਆਫ ਥਾਟ ਕੀ ਕਹਿੰਦਾ ਹੈ, ਉਹ ਇਹ ਕਹਿੰਦੇ ਆ ਕਿ ਵੀ ਕਿਉਂਕਿ ਇਸ ਟਾਈਮ ਲੋਕਾਂ ਦੀ ਬਹੁਤ ਲੋੜ ਹੈ ਜਾਂ ਇਸ ਟਾਈਮ ਪੈਸੇ ਦੀ ਬਹੁਤ ਲੋੜ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਨੇ, ਚਾਹੇ ਉਹ ਇਮੀਗ੍ਰੈਂਟਸ ਨੇ ਜਿਹੜੇ PR ਲੈ ਕੇ ਆ ਰਹੇ ਹੈ, ਚਾਹੇ ਉਹ ਟੂਰਿਸਟ ਵੀਜ਼ਾ ਨੇ, ਉਹ ਬਹੁਤ ਲਾਰਜ ਇਨਵੈਸਟਮੈਂਟ ਕਰਦੇ ਆ ਕੈਨੇਡਾ ਦੇ ਵਿੱਚ ਆ ਕੇ। ਫੋਰ ਐਗਜ਼ਾਮਪਲ ਆਈ ਗੈਸ 2017 ਦੇ ਵਿੱਚ ਜਿਹੜੇ ਸਟੂਡੈਂਟ ਸੀਗੇ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ, ਉਹਨਾਂ ਕਰਕੇ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਇੰਡਸਟਰੀ ਹੈ ਉਹ $15 ਬਿਲੀਅਨ ਦੀ ਸੀਗੀ। ਸੋ ਜੇ $15 ਬਿਲੀਅਨ ਇਨਵੈਸਟ ਕੀਤੇ ਜਾ ਰਹੇ ਹੈ ਕੈਨੇਡਾ ਦੇ ਵਿੱਚ, ਤਾਂ ਕੈਨੇਡੀਅਨ ਗੌਰਮੈਂਟ ਕੱਲ੍ਹ ਨੂੰ ਜਾ ਕੇ ਇੱਕੋ ਦਮ ਇਹ ਕਹਿ ਦੇ ਵੀ ਸਾਨੂੰ ਸਟੂਡੈਂਟਸ ਨਹੀਂ ਚਾਹੀਦੇ, ਅਸੀਂ ਸਟੂਡੈਂਟਸ ਨਹੀਂ ਲਾਵਾਂਗੇ, ਤਾਂ ਉਹ $15 ਬਿਲੀਅਨ ਕਿੱਥੋਂ ਆਉਣਗੇ ਫਿਰ, ਰਾਈਟ। ਸਿਮਿਲਰਲੀ ਜਿਹੜੇ ਇਮੀਗ੍ਰੈਂਟਸ ਨੇ, ਜਦੋਂ ਕੋਈ ਬੰਦਾ ਨਵਾਂ ਆਉਂਦਾ ਉਰੇ ਤਾਂ ਉਹਨੂੰ ਕਹਿ ਦਿੰਦਾ ਕਿ ਹਾਂਜੀ ਤੁਸੀਂ
ਇੰਨੇ ਅਮਾਊਂਟ ਤੁਸੀਂ ਲਿਆ ਸਕਦੇ ਹੋ ਜਾਂ ਤੁਸੀਂ ਇੰਨੀ ਸੈਟਲਮੈਂਟ ਫੰਡ ਤੁਹਾਡੀ ਹੈਗੀ ਹੈ। ਉਹ ਸੈਟਲਮੈਂਟ ਫੰਡ ਫੋਰ ਐਗਜ਼ਾਮਪਲ ਮੈਂ ਹਾਈਪੋਥੈਟਿਕਲੀ ਦੱਸ ਰਿਹਾ ਤੁਹਾਨੂੰ ਕਿ ਜੇ 3 ਬੰਦੇ ਦੀ ਫੈਮਿਲੀ ਆ ਰਹੀ ਹੈ ਤਾਂ ਸਮਵੇਅਰ ਅਰਾਊਂਡ $20,000 ਉਹ ਉਹਨਾਂ ਦੀ ਸੈਟਲਮੈਂਟ ਫੰਡ ਮੰਨਿਆ ਜਾਂਦਾ। ਸੋ ਇੱਕ 3 ਬੰਦੇ ਦੀ ਫੈਮਿਲੀ ਹੈ ਜੋ $20,000 ਲੈ ਕੇ ਆ ਰਹੇ ਹੈ, ਤਾਂ ਹੁਣ ਤੁਸੀਂ ਮਲਟੀਪਲਾਈ ਕਰੋ ਕਿ ਕਿੰਨੀਆਂ ਫੈਮਲੀਜ਼ ਆਉਣਗੀਆਂ, ਉਹਨਾਂ ਕਿੰਨੇ ਪੈਸੇ ਵਧਣਗੇ, ਰਾਈਟ। ਉਹ ਪੈਸੇ ਹੋਣਗੇ ਕੀ, ਉਹ ਕੈਨੇਡੀਅਨ ਓਬਵੀਅਸਲੀ ਇਕੋਨਮੀ 'ਚ ਇਨਵੈਸਟ ਕੀਤਾ ਜਾਣਗੇ ਤਾਂ ਇਕੋਨਮੀ ਨੂੰ ਉਹਨਾਂ ਬੂਸਟ ਮਿਲੂਗਾ। ਸੋ ਜੇ ਉਸ ਹਿਸਾਬ ਨਾਲ ਦੇਖਿਆ ਜਾਏ, ਜਦੋਂ ਇਹ ਸਿਚੁਏਸ਼ਨ ਸਾਰੀ ਬੈਟਰ ਹੋਊਗੀ ਤਾਂ ਇੱਕ ਸਕੂਲ ਆਫ ਥਾਟ ਇਹ ਕਹਿ ਰਿਹਾ ਕਿ ਉਦੋਂ ਇਮੀਗ੍ਰੇਸ਼ਨ ਨੂੰ ਬੂਸਟ ਮਿਲੂਗਾ, ਉਦੋਂ ਸਟੂਡੈਂਟ ਵੀਜ਼ਾ ਨੂੰ ਬੂਸਟ ਮਿਲੂਗਾ, ਤਾਂ ਜਿਹੜੀ ਵੀ ਇਹੋ ਜਿਹੀਆਂ ਐਕਟੀਵਿਟੀਜ਼ ਨੇ ਜਿਹਦੇ ਕਰਕੇ ਪੈਸੇ ਹੋਰ ਆਉਣ ਉਹਨੂੰ ਬੂਸਟ ਮਿਲੂਗਾ। ਜਿਹਦੇ ਵਿੱਚ ਓਬਵੀਅਸਲੀ ਗੱਲ ਹੈ, ਮੈਂ ਫਿਰ ਦੱਸ ਰਿਹਾ ਕਿ ਜਿਹੜੀ ਸਟੂਡੈਂਟ ਵੀਜ਼ਾ ਜਿਹੜੀ ਇੰਡਸਟਰੀ ਹੈ, ਉਹ ਇੰਟਰਨੈਸ਼ਨਲ ਸਟੱਡੀ ਸਟੂਡੈਂਟਸ ਦੀ ਜਿਹੜੀ ਇੰਡਸਟਰੀ ਹੈ, ਜਿਹੜੇ ਕਾਲਜਿਸ ਨੇ ਉਹਨਾਂ ਨੂੰ ਬਹੁਤ ਪੈਸਾ ਆ ਰਿਹਾ। ਸੋ ਉਹਨਾਂ ਉਸ ਇੰਡਸਟਰੀ ਨੂੰ ਬੂਸਟ ਮਿਲੂਗਾ ਅਤੇ ਕਾਲਜਿਸ ਮੋਸਟ ਪ੍ਰੋਬਬਲੀ ਸ਼ਾਇਦ ਜਨਵਰੀ ਇਨਟੇਕ ਦੇ ਵਿੱਚ ਸੀਟਾਂ ਉਹ ਹੋਰ ਜ਼ਿਆਦਾ ਖੋਲ੍ਹਣਗੇ, ਜਿਹਦੇ ਕਰਕੇ ਹੋਰ ਬੱਚੇ ਉਰੇ ਆ ਸਕਣਗੇ। ਜਿਹੜੇ ਬੱਚੇ ਉਰੇ ਮਈ ਇਨਟੇਕ ਦੇ ਵਿੱਚ ਨਹੀਂ ਆ ਸਕੇ, ਜਿਹੜੇ ਬੱਚੇ ਉਰੇ ਸੈਪਟੈਂਬਰ ਇਨਟੇਕ ਦੇ ਵਿੱਚ ਫੋਰ ਐਗਜ਼ਾਮਪਲ ਨਹੀਂ ਆ ਸਕੇ, ਉਹਨਾਂ ਨੂੰ ਕੰਪਨਸੇਟ ਕਰਨ ਲਈ ਜਨਵਰੀ ਇਨਟੇਕ ਦੇ ਵਿੱਚ ਹੋਪਫੁਲੀ ਸੀਟਸ ਜ਼ਿਆਦਾ ਖੋਲ੍ਹਣਗੀਆਂ। ਇਹ ਮੇਰਾ ਮੰਨਣਾ। ਹੁਣ ਇਹ ਕਿਵੇਂ ਹੁੰਦਾ ਉਹ ਆਪਾਂ ਟਾਈਮ ਦੇ ਦੱਸੂਗਾ, ਬਟ ਦਿਸ ਇਜ਼ ਵਾਟ ਆਈ ਥਿੰਕ ਕਿ ਜਨਵਰੀ ਇਨਟੇਕ ਦੇ ਵਿੱਚ ਹੋਰ ਸੀਟਸ ਆਉਣਗੀਆਂ ਤਾਂ ਜੋ ਹੋਰ ਬੱਚੇ ਆ ਸਕਣ। ਜਿਹੜੇ ਕਾਲਜਿਸ ਨੇ ਉਹਨਾਂ ਨੂੰ ਵੀ ਘੱਟ ਨੁਕਸਾਨ ਹੋ ਰਿਹਾ, ਰਾਈਟ, ਘਾਟਾ ਪੈ ਰਿਹਾ ਕਿ ਵੀ ਇੰਨੇ ਬੱਚੇ ਜਿਹੜੀ ਉਹਨਾਂ ਦੀ ਸੀਟ ਸੀਗੀਆਂ, ਇੰਨਾ ਟਾਈਮ ਸੀਗਾ ਉਹ ਭਰੀਆਂ ਨਹੀਂ ਸੀਟਾਂ। ਸੋ ਚਾਹੇ ਉਹ ਹੁਣ ਡਿਸਟਰੀਬਿਊਟ ਕਰ ਦੇਣ ਵੀ ਉਹ ਜਨਵਰੀ, ਮਈ ਅਤੇ ਸੈਪਟੈਂਬਰ 2021 ਦੇ ਵਿੱਚ ਉਨੀਆਂ ਸੀਟਾਂ ਜ਼ਿਆਦਾ ਵਧਾ ਦੇਣ ਤਾਂ ਜੋ ਜਿਹੜੇ 2020 ਦੇ ਸਟੂਡੈਂਟ ਸੀਗੇ ਉਹ ਓਨੇ ਕੰਪਨਸੇਟ ਹੋ ਸਕਣ ਉਸਦੇ ਵਿੱਚ, ਰਾਈਟ, ਓਨੇ ਅਕੋਮੋਡੇਟ ਹੋ ਸਕਣ। ਸੋ ਸੌਰੀ। ਸੋ ਉਹ ਚੀਜ਼ਾਂ ਜਿਹੜੀਆਂ ਹੈ ਉਹਦੇ ਹੋਣ ਦੇ ਚਾਂਸਿਸ ਮੈਨੂੰ ਜ਼ਿਆਦਾ ਲੱਗ ਰਿਹਾ ਕਿ ਜਦੋਂ ਇਹ ਸਿਚੁਏਸ਼ਨ ਕਲੀਅਰ ਹੋਊਗੀ, ਸਿਚੁਏਸ਼ਨ ਥੋੜ੍ਹੀ ਬੈਟਰ ਹੋਊਗੀ ਤਾਂ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਹੋਊਗਾ, ਜਿਹੜੇ ਸਟੂਡੈਂਟਸ ਨੇ ਉਹ ਜ਼ਿਆਦਾ ਆਉਣਗੇ ਅਤੇ ਸਟੱਡੀ ਵੀਜ਼ਾ ਓਬਵੀਅਸਲੀ ਜ਼ਿਆਦਾ ਦਿੱਤਾ ਜਾਊਗਾ ਅਤੇ ਸ਼ਾਇਦ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਜ਼ ਨੇ ਉਹ ਵੀ ਜ਼ਿਆਦਾ ਖੁੱਲ੍ਹਣ। ਫਿਲਹਾਲ ਸਿਚੁਏਸ਼ਨ ਇਹ ਹੈ ਕਿ ਜੋ ਪ੍ਰੈਜ਼ੈਂਟ ਜਿਹਦੇ ਲਈ ਮੈਂ ਵੀਡੀਓ ਬਣਾ ਰਿਹਾ ਸੀਗਾ ਉਹ ਇਹ ਹੈ ਕਿ ਫਿਲਹਾਲ ਕੈਨੇਡੀਅਨ ਗੌਰਮੈਂਟ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਐਪਲੀਕੈਂਟਸ ਨੂੰ ਥੋੜ੍ਹੀ ਜ਼ਿਆਦਾ ਪ੍ਰੈਫਰੈਂਸ ਦੇ ਰਹੀ ਹੈ, ਜਿਹਦੇ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅਸ ਜ਼ਿਆਦਾ ਨਿਕਲ ਰਹੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ ਐਕਸਪ੍ਰੈਸ ਐਂਟਰੀ ਵਿੱਚ ਆਲਰੇਡੀ ਐਪਲੀਕੇਸ਼ਨ ਲਾਈ ਹੋਈ ਹੈ ਤਾਂ ਤੁਹਾਡਾ ਕੁਛ ਨਹੀਂ ਬਣਨਾ, ਤੁਹਾਡਾ ਖਤਮ ਹੈ ਸਾਰਾ ਫਿਊਚਰ ਇਹਦੇ ਵਿੱਚ, ਕੈਨੇਡੀਅਨ PR ਨਹੀਂ ਮਿਲਣੀ। ਸੋ ਇਹ ਹੈ ਕਿ ਫॉर द ਟਾਈਮ ਬੀਇੰਗ ਪ੍ਰੋਸੈਸ ਤੁਹਾਡੇ ਲਈ ਥੋੜ੍ਹਾ ਸ਼ਾਇਦ ਸਲੋ ਹੋ ਜਾਊਗਾ, ਥੋੜ੍ਹੀ ਦੇਰ ਬਾਅਦ ਪ੍ਰੋਸੈਸ ਸਟਾਰਟ ਹੋਊਗਾ ਅਤੇ ਸਿਚੁਏਸ਼ਨ ਕਿਵੇਂ ਵਧੂਗੀ, ਕਿਉਂਕਿ ਆਲਰੇਡੀ ਕੈਨੇਡੀਅਨ ਗੌਰਮੈਂਟ ਨੇ ਆਪਣਾ 2021 ਤੱਕ ਦਾ ਪਲਾਨ ਦਿੱਤਾ ਹੋਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ 10 ਲੱਖ ਬੰਦੇ ਬੁਲਾਵਾਂਗੇ। ਸੋ ਉਹ ਪਲਾਨ ਕਿਵੇਂ ਚੇਂਜ ਹੁੰਦਾ ਹੈ, ਉਹ ਪਲਾਨ ਚੇਂਜ ਹੁੰਦਾ ਕਿ ਨਹੀਂ ਹੁੰਦਾ, ਉਹ ਆਉਣ ਵਾਲਾ ਟਾਈਮ ਦੱਸੂਗਾ। ਬਟ ਫॉर द ਟਾਈਮ ਬੀਇੰਗ ਸਿਚੁਏਸ਼ਨ ਮੇਰੇ ਅਕੋਰਡਿੰਗਲੀ ਫਿਲਹਾਲ ਤੁਹਾਨੂੰ ਸ਼ਾਇਦ ਥੋੜ੍ਹੀ ਜਿਹੀ ਨੈਗੇਟਿਵ ਲੱਗ ਰਹੀ ਹੈ, ਬਟ ਔਨ ਦ ਲੌਂਗ ਰਨ ਇਹ ਸਿਚੁਏਸ਼ਨ ਬੈਟਰ ਹੀ ਹੋਊਗੀ ਅਤੇ ਜਿਹੜੇ ਬੰਦੇ ਜਾਂ ਜਿਹੜੇ ਸਟੂਡੈਂਟਸ ਫਿਲਹਾਲ ਨਹੀਂ ਆ ਸਕੇ ਉਹ ਉਹਨਾਂ ਲਈ ਓਨੀਆਂ ਓਪਰਚੁਨਿਟੀਜ਼ ਅੱਗੇ ਜਾ ਕੇ ਵਧਣਗੀਆਂ। ਇਸ ਤੋਂ ਇਲਾਵਾ ਤੁਹਾਡੇ ਪਰਟੀਕੂਲਰ ਕੇਸ ਨੂੰ ਲੈ ਕੇ ਤੁਹਾਨੂੰ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਕੁਐਸਚਨ ਹੈ ਤਾਂ ਤੁਸੀਂ ਮੇਰੇ ਥੱਲੇ ਈਮੇਲ ਆਈਡੀ ਦਿੱਤੀ ਹੋਈ ਹੈ, ਸਾਡਾ WhatsApp ਨੰਬਰ ਦਿੱਤਾ ਹੋਇਆ ਹੈ। ਆਫਿਸ ਸਾਡਾ ਫਿਲਹਾਲ ਪਟਿਆਲੇ ਬੰਦ ਹੈ, ਸੋ ਈਮੇਲ ਅਤੇ WhatsApp 'ਤੇ ਹੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਤੁਸੀਂ ਤੁਹਾਡਾ ਕੋਈ ਪਰਸਨਲ ਕੁਐਸਚਨ ਹੈ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਤੇ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਛੇਤੀ ਹੋ ਸਕੇ। ਸਤਿ ਸ਼੍ਰੀ ਅਕਾਲ ਜੀ।